ਜੀ तमाम ਸੱਜਣਾ ਤੇ ਮਿੱਤਰਾਂ ਨੂੰ ਅੱਜ ਦੇ ਇਸ ਪ੍ਰੋਗਰਾਮ ਓਲਾ ਦੇ ਵਿੱਚ ਤੁਹਾਡਾ ਆਪਣਾ ਮੇਜ਼ਬਾਨ ਆਰਿਫ ਖਾਨ ਤੁਹਾਨੂੰ ਖੁਸ਼ਾਮਦੀਦ ਕਹਿੰਦਾ ਹੈ। ਅੱਜ ਦਾ ਜਿਹੜਾ ਸਾਡਾ ਮੌਜੂ ਹੈ, ਅੱਜ ਇੱਕ ਦਿਨ ਦੁਨੀਆ ਭਰ ਦੇ ਮਜ਼ਦੂਰਾਂ ਵਾਸਤੇ ਮਨਾਇਆ ਜਾਂਦਾ ਹੈ। 28 ਅਪ੍ਰੈਲ ਜਿਹੜਾ ਦਿਨ ਹੈ ਉਹ ਅਕਵਾਮ ਮੁਤਹਿਦਾ ਦੇ ਜ਼ੇਰੇ ਤਮਾਮ ਪੂਰੀ ਦੁਨੀਆ ਦੇ ਵਿੱਚ ਵਰਲਡ ਡੇ ਫਾਰ ਸੇਫਟੀ ਐਂਡ ਹੈਲਥ ਐਟ ਵਰਕ। ਇਸ ਦਿਨ ਦਾ ਮਨਾਉਣ ਦਾ ਮਕਸਦ ਦੌਰਾਨੇ ਕੰਮ ਮਜ਼ਦੂਰਾਂ ਦੀ ਸਿਹਤ ਦੇ ਹਵਾਲੇ ਦੇ ਨਾਲ ਉਹਨਾਂ ਦੇ ਮਾਮਲਾਤ ਤੇ ਤਦੱਬਰ ਤਫੱਕਰ ਗੌਰ ਕਰਨਾ, ਪਾਲਿਸੀਜ਼ ਅਪਣਾਉਣਾ। ਇਸ ਸਿਲਸਿਲੇ ਦੇ ਵਿੱਚ ਅੱਜ ਇਸ ਮੌਜੂ ਦੇ ਉੱਤੇ 2024 ਅਕਵਾਮ ਮੁਤਹਿਦਾ ਦੀ ਇੱਕ ਜ਼ੈਲੀ ਜਿਹੜੀ ਏਜੰਸੀ ਹੈ ILO ਇੰਟਰਨੈਸ਼ਨਲ ਲੇਬਰ ਆਰਗੇਨਾਈਜੇਸ਼ਨ ਨੇ ਇੱਕ ਰਿਪੋਰਟ ਹਾਲ ਹੀ 'ਚ ਜਾਰੀ ਕੀਤੀ ਹੈ, ਜਿਹਦੇ ਵਿੱਚ ਉਸ ਰਿਪੋਰਟ 'ਚ ਦੱਸਿਆ ਗਿਆ ਹੈ ਕਿ ਜਿਹੜੇ ਮੌਸਮ ਦਾ ਇਸ ਵੇਲੇ ਤਬਦੀਲ ਹੋਣ ਦਾ ਸਿਲਸਿਲਾ ਜਾਰੀ ਹੈ, ਇਸ ਨੇ ਮਜ਼ਦੂਰਾਂ ਦੀ ਸਿਹਤ ਦੇ ਉੱਤੇ ਬਹੁਤ ਬੁਰੇ ਅਸਰਾਤ ਪਾਏ ਨੇ। ਮਸਲਨ ਉਹ ਡਿਪਰੈਸ਼ਨ ਦਾ ਸ਼ਿਕਾਰ ਹੋ ਰਹੇ ਨੇ, ਕੈਂਸਰ ਦੇ ਅਮਰਾਜ਼ 'ਚ ਮੁਬਤਲਾ ਹੋ ਰਹੇ ਨੇ, ਬੇਚੈਨੀ ਉਹਨਾਂ ਦੀ ਵੱਧ ਰਹੀ ਹੈ ਔਰ ਇਹਦੇ ਨਾਲ ਉਹਨਾਂ ਨੂੰ ਹੋਰ ਬਹੁਤ ਸਾਰੇ ਜਿਹੜੀਆਂ ਤਕਲੀਫਾਂ ਨੇ ਉਹ ਉਹਨਾਂ ਨੂੰ ਘੇਰ ਰਹੀਆਂ ਨੇ। ਜੀ ਨਾਜ਼ਰੀਨ, ਜਿਸ ਤਰ੍ਹਾਂ ਮੈਂ ਤੁਹਾਨੂੰ ਗੱਲ ਕਰ ਰਿਹਾ ਸਾਂ ਕਿ ਅੱਜ ਦੁਨੀਆ ਭਰ ਦੇ ਵਿੱਚ ਮਜ਼ਦੂਰਾਂ ਦੀ ਸਿਹਤ ਦੇ ਹਵਾਲੇ ਨਾਲ ਔਰ ਉਹਨਾਂ ਦੀ ਸੇਫਟੀ ਦੇ ਹਵਾਲੇ ਨਾਲ ਦਿਨ ਮਨਾਇਆ ਜਾ ਰਿਹਾ। ਮੇਰੇ ਨਾਲ ਦੋਸਤ ਨੇ ਬਹੁਤ ਅੱਛੇ ਸਾਡੇ ਸਾਥੀ ਜਨਾਬ ਮਿਰਜ਼ਾ ਅकील बेग साहब, तजर्बाकार आदमी ने, खुद भी बतौर अफीसर वर्क कर रहे हैं। मैं अज के मौजू के उत्ते इन्हां नाल गलबात करांगा कि की इकदामात जिहड़े ने ਉਹ ਹਕੂਮਤ ਨੂੰ ਜਾਂ ਅਦਾਰਿਆਂ ਨੂੰ ਲੈਣੇ ਚਾਹੀਦੇ ਨੇ ਕਿ ਜਿਹਦੇ ਨਾਲ ਸਾਡਾ ਮਜ਼ਦੂਰ ਦੀ ਸਿਹਤ ਦੇ ਮਾਮਲਾਤ ਜਿਹੜੇ ਨੇ ਉਹ ਠੀਕ ਹੋਣ ਔਰ ਦੌਰਾਨੇ ਕੰਮ ਜਿਹੜੀ ਉਹਨਾਂ ਦੇ ਸੇਫਟੀ ਦੇ ਮਾਮਲਾਤ ਨੇ, ਸੇਫਟੀ ਕਵਾਨੀਨ ਨੇ, ਉਹਨਾਂ ਨੂੰ ਮਜ਼ੀਦ ਉਹਨਾਂ ਨੂੰ ਐਜੂਕੇਟ ਕਰਨ ਵਾਸਤੇ ਕੀ ਸਾਨੂੰ ਰੋਲ ਅਦਾ ਕਰਨਾ ਚਾਹੀਦਾ ਜੀ। ਬਿਸਮਿਲ੍ਲਾਹਿਰਰਹਿਮਾਨਿਰਰਹੀਮ, अस्सलाम वालेकुम। ਸਾਡੇ ਬੜੇ ਪਿਆਰੇ ਮੋਹਸਿਨ ਆਰਿਫ ਖਾਨ ਸਾਹਿਬ ਨੇ ਦਾਵਤ ਦਿੱਤੀ ਕਿ ਉਹਨਾਂ ਨੂੰ ਜਦੋਂ ਵੀ ਕੋਈ ਵਰਕ ਕਰਨ ਆਪਣਾ ਕਿਸੇ ਵੀ ਫੀਲਡ ਵਿੱਚ ਉਹ ਪਹਿਲੇ ਆਪਣੀ ਸੇਫਟੀ ਮਸਟ ਰੱਖਣ। ਗੋ ਕਿ ਉਹ ਕੋਈ ਵੀ ਕੰਮ ਹੋਏ, ਬੇਸ਼ੱਕ ਇੱਕ ਕੈਮਰਾਮੈਨ ਹੈ ਜਾਂ ਇੱਕ ਇੰਪਲਾਈ ਹੈ ਕੋਈ ਵੀ ਮਹਿਕਮੇ ਦਾ, ਬੇਸ਼ੱਕ ਹੋਟਲ ਵਾਲਾ ਹੈ ਜਾਂ ਇੱਕ ਕੋਈ ਬਿਲਡਿੰਗ ਕੰਸਟਰਕਟ ਕਰ ਰਿਹਾ ਜਾਂ ਕੋਈ ਵਾਪਡਾ ਦੀਆਂ ਤਾਰਾਂ ਪਾ ਰਿਹਾ ਜਾਂ ਕੋਈ ਟੈਲੀਫੋਨ ਦੇ ਖੰਭੇ ਲਾ ਰਿਹਾ, ਕੋਈ ਵੀ ਆਪਣੇ ਸਿਸਟਮ ਦੇ ਵਿੱਚ ਹੈਗਾ, ਸਭ ਤੋਂ ਪਹਿਲੇ ਆਪਣੀ ਸੇਫਟੀ ਦਾ ਖਿਆਲ ਰੱਖੇ, ਆਪਣੇ ਬੱਚਿਆਂ ਦਾ ਖਿਆਲ ਰੱਖੇ, ਉਹਦੇ ਬਾਅਦ ਉਸ ਵਰਕ ਨੂੰ ਸ਼ੁਰੂ ਕਰੇ। ਆਪਣੇ ਰਾਈਟ ਲੈਫਟ ਦੇਖੇ ਕਿ ਆਇਆ ਕਿ ਮੇਰੀ ਵਜ੍ਹਾ ਤੋਂ ਇਸ ਰੋਡ ਦੇ ਉੱਤੇ ਜੋ ਮੈਂ ਕੰਮ ਕਰਾਂਗਾ, ਜਿਹੜਾ ਨਾਲ ਇੱਕ ਸੜਕ ਦੇ ਉੱਤੇ ਬੰਦਾ ਜਾ ਰਿਹਾ ਹੈ ਜਾਂ ਆ ਰਿਹਾ ਹੈ, ਉਹਦਾ ਕੀ ਮਸਲਾ ਹੈ, ਉਹ ਮੇਰੀ ਵਜ੍ਹਾ ਤੋਂ ਤੰਗ ਤਾਂ ਨਹੀਂ ਹੈਗਾ। ਅਗਰ ਅਸੀਂ ਆਪਣਾ ਖੰਭਾ 'ਤੇ ਲਾਉਣ ਵਾਸਤੇ, ਟੈਲੀਫੋਨ ਦੀ ਤਾਰ ਪਾਉਣ ਵਾਸਤੇ ਜਾਂ ਹੋਟਲ ਦੇ ਬਾਹਰ ਉਹ ਨਾਨ ਚਨੇ ਵੇਚਣ ਵਾਸਤੇ ਅਸੀਂ ਆਪਣਾ ਪਤੀਲਾ ਦੇ ਬਾਹਰ ਰੱਖ ਦਿੰਦੇ ਹਾਂ, ਅਤੇ ਬਾਅਦ ਦੀ ਜਿਹੜੀਆਂ ਸਾਡੀਆਂ ਗੱਡੀਆਂ ਬਾਹਰ ਖਲੋਤੀਆਂ ਨੇ, ਮੋਟਰਸਾਈਕਲਾਂ ਬਾਹਰ ਖਲੋਤੀਆਂ ਨੇ, ਉੱਥੇ ਮੋਟਰਸਾਈਕਲ ਖਲੋਂਦੀ ਹੈ, ਪਿੱਛੋਂ ਕੋਈ ਹਿੱਟ ਕਰਦਾ, ਬੰਦਾ ਮਰ ਜਾਂਦਾ। ਉਹ ਉਹਨਾਂ ਨੂੰ ਕਮ ਅਜ਼ ਕਮ ਆਪਣੀ ਹਦੂਦ ਦੇ ਵਿੱਚ ਰਹਿ ਕੇ, ਆਪਣੀ ਸੇਫਟੀ ਦੇ ਵਿੱਚ ਰਹਿ ਕੇ ਤੇ ਉਹਨੂੰ ਬਿਹਤਰ ਤੋਂ ਬਿਹਤਰ ਕੰਮ ਕਰਨ। ਤੇ ਜੀ ਨਾਜ਼ਰੀਨ, ਮੇਰੇ ਇਸ ਪ੍ਰੋਗਰਾਮ ਓਲਾ ਦੇ ਵਿੱਚ ਸਾਡੇ ਇੱਕ ਹੋਰ ਮਹਿਮਾਨ ਇਮਰਾਨ ਜਾਵੇਦ ਕੁਰੈਸ਼ੀ ਸਾਹਿਬ ਬਹੁਤ ਸੀਨੀਅਰ ਵਕੀਲ ਨੇ, ਕਾਨੂੰਨ ਦੇ ਉੱਤੇ ਬਹੁਤ ਦਸਤਰਸ ਰੱਖਦੇ ਨੇ, ਕਾਨੂੰਨੀ ਅਮੂਰ ਦੇ ਉੱਤੇ, ਔਰ ਹਕੂਕ ਇਨਸਾਨੀ ਕਮਿਸ਼ਨ ਦੇ ਮੈਂਬਰ ਵੀ ਨੇ। ਅੱਜ ਦਾ ਜਿਹੜਾ ਦਿਨ ਅਸੀਂ ਮਜ਼ਦੂਰਾਂ ਦੀ ਸਿਹਤ ਔਰ ਉਹਨਾਂ ਦੀ ਸੇਫਟੀ ਦੇ ਹਵਾਲੇ ਨਾਲ ਮਨਾ ਰਹੇ ਹਾਂ, ਜਿਹੜਾ ਦੁਨੀਆ ਭਰ ਦੇ ਵਿੱਚ ਮਨਾਇਆ ਜਾਂਦਾ ਹੈ 28 ਅਪ੍ਰੈਲ ਨੂੰ, ਉਸ ਸਿਲਸਿਲੇ ਦੇ ਵਿੱਚ ਮੈਂ ਇਮਰਾਨ ਜਾਵੇਦ ਕੁਰੈਸ਼ੀ ਸਾਹਿਬ ਨੂੰ ਦਾਵਤ ਦੇ ਰਿਹਾ ਕਿ ਅੱਜ ਦੇ ਇਸ ਮੌਜੂ ਦੇ ਉੱਤੇ ਕੀ ਪੈਗਾਮ ਦੇਣਾ ਚਾਹੋਗੇ ਹਕੂਮਤੀ ਅਦਾਰਿਆਂ ਨੂੰ? ਜੀ ਬਹੁਤ ਸ਼ੁਕਰੀਆ ਜੀ ਆਰਿਫ ਖਾਨ ਸਾਹਿਬ, ਮੈਂ ਤੁਹਾਡਾ ਬੜਾ ਅੱਛਾ ਪ੍ਰੋਗਰਾਮ ਹੈ, ਅਸੀਂ ਦੇਖਦੇ ਹਾਂ ਨੂੰ ਪਸੰਦ ਕਰਨੇ ਆ ਅਤੇ ਆਵਾਮ ਵੀ ਬਹੁਤ ਪਸੰਦ ਕਰ ਰਹੀ ਹੈ। ਇਸ ਆਲਮੀ ਦਿਨ ਦੇ ਮੌਕੇ 'ਤੇ ਜਿਹੜਾ ਮਜ਼ਦੂਰਾਂ ਦੇ ਸੇਫਟੀ ਅਤੇ ਹੈਲਥ, ਸਿਹਤ ਦੇ ਤਹਫੁਜ਼ਾਤ ਵਾਸਤੇ ਮਨਾਇਆ ਜਾ ਰਿਹਾ ਹੈ, ਇਹਦੀ ਸਭ ਤੋਂ ਅਹਿਮ ਮੁਨਾਸਬਤ ਤਾਂ ਇਹੀ ਹੈ, ਕਿਸੇ ਵੀ ਮੁਲਕੋ ਕੌਮ ਦੀ ਰੀੜ੍ਹ ਦੀ ਹੱਡੀ ਦੀ ਹੈਸੀਅਤ ਹੁੰਦੀ ਹੈ ਉਸ ਮੁਲਕੋ ਕੌਮ ਦੇ ਮਜ਼ਦੂਰ ਤਬਕਾ, ਅਤੇ ਜਿੰਨਾ ਹਕੂਮਤ, ਜਿੰਨਾ ਜ਼ਿਆਦਾ ਮੁਤਲਕਾ ਅਦਾਰੇ ਆਪਣੇ ਮਜ਼ਦੂਰਾਂ ਦੀ ਲਾਈਫ ਨੂੰ ਬਿਹਤਰ ਕਰਨਗੇ, ਉਨੀ ਜ਼ਿਆਦਾ ਉਹਨਾਂ ਦੀ ਆਊਟਪੁੱਟ ਅਤੇ ਪ੍ਰੋਡਕਟਿਵਿਟੀ ਵਧੇਗੀ ਅਤੇ ਉਹਦੀ ਵਜ੍ਹਾ ਤੋਂ ਮੁਲਕ ਤਰੱਕੀ ਕਰੇਗਾ। ਅਤੇ ਉਹਨਾਂ ਲਈ ਜਿਹੜੇ ਕਵਾਨੀਨ ਨੇ ਉਹ ਅਸੀਂ ਪਾਕਿਸਤਾਨੀ ਕਿਉਂਕਿ ਮੈਂਬਰ ਆ
ਅਕਵਾਮ ਮੁਤੱਹਦਾ ਦੇ ਤੇ ਉਹਦੇ ਤਹਿਤ ILO ਇੰਟਰਨੈਸ਼ਨਲ ਲੇਬਰ ਆਰਗੇਨਾਈਜੇਸ਼ਨ ਦੇ ਵੀ ਅਸੀਂ ਮੈਂਬਰ ਆ ਤੇ ਉਹਦੀ ਰੋਸ਼ਨੀ ਦੇ ਵਿੱਚ ਸਾਨੂੰ ਕਾਨੂੰਨ ਸਾਜ਼ੀ ਕੀਤੀ ਜਾਂਦੀ ਹੈ ਤੇ ਅਸੀਂ ਸੂਬਾ ਪੰਜਾਬ ਨੂੰ ਫੋਕਸ ਕਰੀਏ ਅਗਰ 18ਵੀਂ ਤਰਮੀਮ ਤੋਂ ਬਾਅਦ ਤੇ ਪਾਕਿਸਤਾਨ ਦੇ ਵਿੱਚ ਕਾਨੂੰਨ ਮੌਜੂਦ ਨੇ ਫੈਡਰਲ ਸਤ੍ਹਾ ਤੇ ਪੰਜਾਬ ਦੀ ਸਤ੍ਹਾ ਤੇ ਵੀ ਦਾ ਡੋਮੈਸਟਿਕ ਵਰਕਰ ਐਕਟ 2019 ਆਇਆ, ਐਸੇ ਤਰ੍ਹਾਂ ਆਕੂਪੇਸ਼ਨਲ ਸੇਫਟੀ ਹੈਲਥ ਐਕਟ ਵੀ 2019 ਚ ਆਇਆ। ਉਹਦੇ ਤਹਿਤ ਕਲੀਅਰ ਇਕਦਾਮਾਤ ਦੱਸੇ ਗਏ ਨੇ ਕਿ ਉਹ ਹਕੂਮਤ ਲਾਜ਼ਮੀ ਕਰੇਗੀ ਮਜ਼ਦੂਰਾਂ ਦੇ ਤਹਫੁਜ਼ ਵਾਸਤੇ, ਉਹਨਾਂ ਦੀ ਸਿਹਤ ਵਾਸਤੇ, ਉਹਨਾਂ ਦੀ ਜ਼ਿੰਦਗੀ 'ਚ ਬਿਹਤਰੀ ਲਾਉਣ ਵਾਸਤੇ ਤੇ ਉਹਦੇ ਤਹਿਤ ਇਹੀ ਹੈਗਾ ਕਿ ਉਹਨਾਂ ਦੀ ਸੇਫਟੀ ਕਿਟ ਮੌਜੂਦ ਹੋਣੀ ਚਾਹੀਦੀ ਹੈ, ਉਹਨਾਂ ਨੂੰ ਹੈਲਥ ਦੇ ਇਸ਼ੂਜ਼ ਦੇ ਉੱਤੇ ਇੰਸ਼ੋਰੈਂਸ ਦੀ ਪਾਲਿਸੀ ਉਹਨਾਂ ਕੋਲ ਹੋਣੀ ਚਾਹੀਦੀ ਹੈ, ਅਗਰ ਉਹ ਬਿਮਾਰ ਹੋਣ ਫੌਰੀ ਤੌਰ ਤੇ ਉਹਨਾਂ ਨੂੰ ਇਲਾਜ ਮੁਆਲਜੇ ਦੀ ਸਹੂਲਤ ਅਵੇਲੇਬਲ ਹੋਣੀ ਚਾਹੀਦੀ ਹੈ। ਦੌਰਾਨੇ ਕੰਮ ਕਰਦੇ ਹੋਏ ਵੀ ਉਹਨਾਂ ਨੂੰ ਅਗਰ ਕੋਈ ਐਮਰਜੈਂਸੀ ਹੋ ਜਾਏ ਤੇ ਉਹਦੇ ਲਈ ਵੀ ਉਹਨਾਂ ਦੇ ਮਾਲਕਾਂ ਨੂੰ, ਅਗਰ ਇੰਡਸਟਰੀ 'ਚ ਨੇ, ਪ੍ਰਾਈਵੇਟ ਸਤ੍ਹਾ ਤੇ ਨੇ ਜਾਂ ਘਰੇਲੂ ਮੁਲਾਜ਼ਮੀਨ ਨੇ, ਉਹਨਾਂ ਨੂੰ ਵੀ ਦਰਜਾ ਦਿੱਤਾ ਗਿਆ ਹਮਾਰੇ ਮੁਲਕ ਦੇ ਵਿੱਚ ਐਜ਼ ਏ ਲੇਬਰ ਰਾਈਟਸ ਦਾ। ਜੀ ਨਾਜ਼ਰੀਨ, ਸਾਡੇ ਅਗਲੇ ਮਹਿਮਾਨ ਨੇ ਇਸ ਪ੍ਰੋਗਰਾਮ ਦੇ ਜਨਾਬ ਸਦੀਕ ਸ਼ਾਹੀਨ ਭੱਟੀ ਸਾਹਿਬ ਮਜ਼ਦੂਰਾਂ ਦੀ ਸਿਹਤ ਵਾਸਤੇ ਔਰ ਉਹਨਾਂ ਦੀ ਹਿਫਾਜ਼ਤੀ ਜਿਹੜੇ ਇਕਦਾਮਾਤ ਨੇ ਉਹਦੇ ਵਿੱਚ ਹਕੂਮਤ ਨੂੰ ਔਰ ਸਨਅਤੀ ਅਦਾਰਿਆਂ ਨੂੰ ਮਜ਼ਦੂਰਾਂ ਦੇ ਵਾਸਤੇ ਕੀ ਇਕਦਾਮਾਤ ਕਰਨੇ ਚਾਹੀਦੇ ਨੇ ਗੱਲਬਾਤ ਦਾ ਸਿਲਸਿਲਾ ਸ਼ੁਰੂ करने। सबसे पहले तो मैं जनाब आरिफ खान साहब का प्रोग्राम ओला के हवाले से मशकूर हूँ कि उन्होंने आज मुझे इस प्रोग्राम में मदऊ किया और इसने ऑफिस की ज़ीनत में इजाफ़ा फरमाया। तो उस हवाले से मैं गुजारिश करूँगा कि आज का जो मौजू है वो है मज़दूर की सेहत और उसका तहफ़्फ़ुज़। अब मामला ये है कि अगर हम मुआशरे के अंदर नज़र दौड़ाएँ तो आपको पता होना चाहिए कि एक मज़दूर जो है उसके बगैर कोई भी काम मुमकिन नहीं। आप खेती बाड़ी के हवाले से चले जाएं, आप किसी फैक्ट्री के हवाले से चले जाएं, आप किसी भी जगह पे चले जाएं तो मज़दूर के बगैर तो मतलब कोई काम मुमकिन हो ही नहीं सकता। जितनी भी इंडस्ट्रीज़ हैं, जितना भी बड़े बड़े कारखाने हैं, जितने भी मुल्क के अंदर जितनी भी सहूलियात अगर मुयसर हैं तो वो इस मज़दूर के तबके की वजह से है। अदरवाइज़ ना तो कोई कारखाना चल सकता है, ना कोई मतलब जो कंस्ट्रक्शन है वो हो सकती है, ना इवन दो के कोई काम भी नहीं मुमकिन नहीं है। तो इसलिए जहाँ तक इसकी अहमियत का तल्लक है तो वो तो आपके सामने है कि ये मज़दूर जो है इसकी एक बड़ी इम्पोर्टेंस है हर मामले के अंदर। तो अगर उसकी इम्पोर्टेंस है तो फिर मैं समझता हूँ कि उसकी अगर सेहत का ख्याल ना रखा जाए, उसकी सेहत को प्रोटेक्ट ना किया जाए, उसकी लाइफ को लॉन्ग लाइफ ना बनाया जाए तो मैं समझता हूँ कि ये मज़दूर के साथ जाती है। तो इस हवाले से ये इन मज़दूरों की सेहत और उनके तहफ़्फ़ुज़ के लिए ये आलमी दिन मनाया जा रहा है कि जो पूरी दुनिया के अंदर मज़दूर तबका है वो हमें अगर फ़ायदे पहुँचा रहा है तो हम उनके हवाले से उनकी सेहत और उसका जो तहफ़्फ़ुज़ है वो हम किस तरीके से करें। और ये सारी दुनिया को अवेयर करने के लिए ये ख़ास तौर पे दिन मनाया जा रहा है कि ये मज़दूर जो है उसका तहफ़्फ़ुज़ हमने किस तरह करना है। और जो हुकूमतें मज़दूर तबके का मतलब तहफ़्फ़ुज़ नहीं कर सकती वो मुल्क भी नहीं चल सकता। तो इसलिए मेरी साहिब इक़्तिदार से भी ये रिक्वेस्ट है कि ज़्यादा से ज़्यादा जो मज़दूर तबका है हमारे ये रीढ़ की हड्डी है, अगर ये मजबूत नहीं होगी तो मैं समझता हूँ कि मुआशरे के अंदर जो मुआशरती मामलात हैं वो भी मुकम्मल नहीं होते और साथ साथ मुआशियत जो है ना उसके ऊपर बड़ा बुरा असर पड़ता है। हुकूमत वक्त को चाहिए कि वो इन मज़दूरों की सहूलियात को बढ़ाने के लिए अपने इक़दामात करें और इनकी सेहत के ख़ास तौर पे जो मतलब अवामिल हैं उनको चूँकि मौसमी तब्दीली आने की वजह से इनके ऊपर बड़े बुरे असरात पड़ रहे हैं तो उनको दूर करने के लिए उनके जो सेहत है उसको दुरुस्त रखने के लिए इक़दामात हुकूमत को चाहिए कि वो करें ताकि अच्छे तरीके से ये मज़दूर जो हमारा है ये बब्बरशेर बन जाए और उस हवाले से हमारी मईशत जो है वो इसी तरीके से फलती और फूलती।